वाहिगुरु जी का खालसा वाहिगुरु जी की फतेह। कलगीधर पातशाह गुरु गोबिंद सिंह साहब जी तिन्हां दी महान किरपा दे नाल जो सतगुरु साहब जी दी पावन रचना श्री ब्रह्म कवच ते श्री भगवती स्तोत्र इहदी कथा सतगुरु साहब जी ने आप करवाई ते आप गुरु के सिख संगतां ने बड़ा मान बख्शिया। मिसल शहीदा तरना दल के मौजूदा 15वें जथेदार सिंह साहब जथेदार बाबा गजन सिंह साहब जी तिन्हां दी आग्या अनुसार तिन्हां दे आशीर्वाद दे नाल वो सारी ही कथा एक किताब के रूप दे विच गुरु खालसा जी लिखी गई है। ते नाल ही महान महापुरख बाबा पाला सिंह साहब जी जिन्हां ने सारी जिंदगी गुरु चरना दे विच सेवा दे विच लग करके आपस कहो कर कछ न जनावै हर हर नाम हृदय सद ध्यावै मन बेचा सतगुर कै पास तिस सेवक कै कारज रास सेवा करत होए नेह कामी तिसको होत प्राप्त स्वामी। उन्हां महापुरखां ने सेवा सारी उम्र निभाई। सो उन्हां महापुरखां दा जीवन भी ਇਹ किताब ਦੇ ਵਿੱਚ ਨਾਲ ਹੀ ਲਿਖਿਆ ਗਿਆ ਹੈ। ਭਾਈ ਚਤਰ ਸਿੰਘ ਤੇ ਭਾਈ ਜੀਵਨ ਸਿੰਘ ਜੀ ਦੀ ਫਰਮ ਵੱਲੋਂ ਇਹ ਕਿਤਾਬ ਛਪੀ ਹੈ ਤੇ ਉੱਥੋਂ ਹੀ ਇਹ ਪ੍ਰਾਪਤ ਹੋਵੇਗੀ। ਆ ਮਿਲਣ ਦਾ ਪਤਾ ਲਿਖਿਆ ਹੋਇਆ ਹੈ ਤੇ ਨਾਲ ਹੀ 125 ਰੁਪਏ ਭੇਟਾ ਲਿਖੀ ਹੋਈ ਹੈ ਤੇ ਉਹਨਾਂ ਦੇ ਨਾਲ ਗੁਰਮਤਾ ਹੋਇਆ ਸੀ ਕਿ ਮਹਾਂਪੁਰਖਾਂ ਦਾ ਜੀਵਨ ਹੈ, ਸਤਿਗੁਰੂ ਸਾਹਿਬ ਜੀ ਦੀ ਅਕਾਲੀ ਬਾਣੀ ਹੈ ਤੇ ਆਪ ਇਹਦਾ 100 ਰੁਪਇਆ ਲਗਾਓ। तो कह लगे सारिया संगतां नूं असीं 100 रुपए ही देवांगे। ये उन्हां दे नाल बचन होया है। सो ये किताब धन धन सतगुरु गुरु नानक देव पातशाह जी दे 550 प्रकाश पुरब अते दसम दी बाणी दे महान प्रेमी भाई मनी सिंह जी, बाबा दीप सिंह जी, बाबा गुरबख्श सिंह जी, सतगुरां दे नगारची बाबा नाथा सिंह जी, बाबा जीत सिंह जी, बाबा सुखा सिंह जी पटने साहब वाले जिन्हां ने दसम की बाणी लिखण ते बड़े वड्डे कारज कीते उन्हां नूं समर्पित की गई है। ते महान विरागी ते त्यागी महान निर्मल आत्मा बाबा पाला सिंह जी गऊआं वाले उन्हां नूं दास ने ये छोटी जी जो अपनी लिखत है उन्हां नूं अर्पण कीती है। भावें किताब ये पहलां भी छपनी सी पर एकदम महापुरख सानूं विछोड़ा दे गए ਤੇ ਉਹਨਾਂ ਨੂੰ ਇਹ ਸਮਰਪਿਤ ਕਿਤਾਬ ਕੀਤੀ ਗਈ ਹੈ। ਸੋ ਤਖ਼ਤ ਸ਼੍ਰੀ ਪਟਨਾ ਸਾਹਿਬ ਹਰਮੰਦਰ ਜੀ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਹਿਬ ਜੀ ਤੇ ਉਹਨਾਂ ਨੇ ਪ੍ਰਮਾਣ ਪੱਤਰ ਦੇ ਕੇ ਇਹ ਸਤਿਗੁਰੂ ਸਾਹਿਬ ਜੀ ਦੀਆਂ ਬਾਣੀਆਂ ਨੂੰ ਤਖ਼ਤ ਸਾਹਿਬ ਤੋਂ ਪ੍ਰਮਾਣ ਨਹੀਂ ਕੀਤਾ ਹੈ। ਅੱਜ ਕੋਈ ਗੁਰੂ ਖਾਲਸਾ ਜੀ ਇਹਦੇ ਤੇ ਕੋਈ ਸ਼ੱਕ ਸ਼ੁਦਾ ਨਾ ਕਰੇ ਵੀ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਾਣੀਆਂ ਨਹੀਂ। ਜਿਵੇਂ ਅੱਜ ਕੱਲ੍ਹ ਕਈ ਵੀਰ ਕਹਿੰਦੇ ਆ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਦੋਂ ਬੱਚੇ ਸ਼ਹੀਦ ਹੋਏ ਉਸ ਵਕਤ ਉਹ ਬ੍ਰਹਮ ਕਵਚ ਕਿੱਥੇ ਸੀ। ਮੈਂ ਪਹਿਲਾਂ ਵੀ ਦੱਸਿਆ ਹੈ ਕਿ ਸਿੱਖੀ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਸਿਦਕ ਦੀ ਸਿੱਖੀ ਹੈ, ਇੱਕ ਭਾਵਨਾ ਦੀ ਸਿੱਖੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਭਾਵਨਾ ਦੀ ਸਿੱਖੀ ਦਿਖਾਈ ਤਾਂ ਸੁਲਹੀ ਚੜ੍ਹ ਕੇ ਆਇਆ ਤੇ ਸੁਲਹੀ ਤੇ ਨਾਰਾਇਣ ਰੱਖੈ ਇਹ ਅਰਦਾਸ ਗੁਰੂ ਨਾਨਕ ਦੇ ਚਰਨਾਂ 'ਚ ਕੀਤੀ। ਜਦੋਂ ਸਿੱਖੀ ਦੀ ਗੱਲ ਆਈ ਸਿਦਕ ਦੀ ਸਿੱਖੀ ਦੀ ਤੇ ਮਹਾਰਾਜ ਸਾਹਿਬ ਜੀ ਤੱਤੀ ਤਵੀ ਤੇ ਬੈਠੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿਦਕ ਦੀਆਂ ਗੱਲਾਂ ਕੀਤੀਆਂ ਸਿਦਕ ਦੀ ਸਿੱਖੀ ਦਿਖਾਈ ਉਦੋਂ ਉਹਨਾਂ ਨੇ ਜੰਗ ਕੀਤੇ ਤੇ ਜਦੋਂ ਭਾਵਨਾ ਦੀ ਦਿਖਾਈ ਤੇ ਉਦੋਂ ਕਲਮ ਦੀ ਤਾਕਤ ਵੀ ਦਿਖਾਈ। ਜ਼ਫਰਨਾਮਾ ਲਿਖ ਕਰਕੇ ਤੇ ਔਰੰਗਜ਼ੇਬ ਬਾਦਸ਼ਾਹ ਦਾ ਘਾਣ ਕੀਤਾ ਸੀ। ਇਹ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਵਿੱਚੋਂ ਸਾਨੂੰ ਦਲੀਲਾਂ ਮਿਲਦੀਆਂ ਨੇ। ਸੋ ਅੱਗੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਬਾਬਾ ਗਜਨ ਸਿੰਘ ਜੀ, ਸ਼੍ਰੀ ਬਾਬਾ ਬਕਾਲਾ ਸਾਹਿਬ, ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜੋ ਜਥੇਦਾਰ ਨੇ ਉਹਨਾਂ ਮਹਾਂਪੁਰਖਾਂ ਵੱਲੋਂ ਇਹ ਸੰਦੇਸ਼ ਹੈ, ਸਨੇਹ ਅੱਖਰ ਨੇ ਤੇ ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੁਆ ਨਾ ਪਾਕ ਇਹ ਜੋ ਪਾਵਨ ਸ਼ਬਦ ਹੈ। ਤੇ ਫਿਰ ਜੋ ਕਵਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਉਂਦਾ ਹੈ ਰਾਮ ਕਵਚ ਦਾਸ ਕਾ ਸੰਨਾਹੋ ਦੂਤ ਦੁਸ਼ਟ ਤੇ ਸਪੋਹਤ ਨਾਹੇ। ਤੇ ਇਹ ਸ਼ਬਦ ਜਿਹੜਾ ਕਵਚ ਮਹਾਰਾਜ ਜੀ ਨੇ 5ਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ ਤੇ ਉਹਦਾ ਵੀ ਜ਼ਿਕਰ ਮਹਾਂਪੁਰਖਾਂ ਨੇ ਇਹਦੇ ਵਿੱਚ ਕੀਤਾ ਹੈ। ਤੇ ਫਿਰ ਸੰਜੋਗ ਦੇ ਅਰਥ ਉਹਨਾਂ ਨੇ ਕਵਚ ਦੇ ਅਰਥ ਦੱਸੇ ਨੇ
ਜਿਵੇਂ ਕਵਚ ਸੰਜੋ ਜੰਗ ਦੇ ਮੈਦਾਨ ਵਿੱਚ ਸਹਾਇਤਾ ਕਰਦੀ ਹੈ, ਉਸੇ ਪ੍ਰਕਾਰ ਇਸ ਸ਼ਬਦ ਦੇ ਜਪਣ ਨਾਲ ਅੰਦਰੂਨੀ ਅਤੇ ਬਾਹਰੀ ਰੱਖਿਆ ਹੁੰਦੀ ਹੈ। ਸੋ ਪੁਰਾਤਨ ਗੁਰਸਿੱਖਾਂ ਅੰਦਰ ਇਹਨਾਂ ਦੋਵਾਂ ਸ਼ਬਦਾਂ ਦਾ ਜਾਪ ਬਹੁਤ ਪਿਆਰ ਨਾਲ ਕੀਤਾ ਜਾਂਦਾ ਸੀ। ਕਵਚ ਦਾ ਅਰਥ ਹੈ ਕਿ ਬੇਨਤੀ ਨਾਲ ਭਰਿਆ ਸ਼ਬਦ, ਜਿਸ ਵਿੱਚ ਆਪਣੇ ਇਸ਼ਟ ਦੇਵ ਅੱਗੇ ਆਪਣੀ ਸਹਾਇਤਾ ਲਈ ਬੇਨਤੀ ਕੀਤੀ ਹੋਵੇ। ਜਿਵੇਂ ਸਰੀਰ ਉੱਪਰ ਪਾਈ ਹੋਈ ਸੰਜੋ ਸਾਡੀ ਸਹਾਇਤਾ ਕਰਦੀ ਹੈ, ਇਸੇ ਤਰੀਕੇ ਨਾਲ ਸਾਡੀ ਸਹਾਇਤਾ ਕਰੋ। ਜੋ ਕਵਚ ਹੁੰਦੇ ਨੇ, ਜਿਹੜਾ ਵੀ ਇਹਨਾਂ ਦਾ ਜਾਪ ਕਰਦਾ ਹੈ, ਇਸ਼ਟ ਦੇਵ ਉਹਨਾਂ ਦੀ ਸੰਜੋ ਵਾਂਗ ਸਹਾਇਤਾ ਕਰਦਾ ਹੈ। ਸੋ ਇਹ ਮਹਾਂਪੁਰਖਾਂ ਨੇ ਅਰਥ ਲਿਖੇ ਨੇ। ਬਾਅਦ ਵਿੱਚ ਮਹਾਂਪੁਰਖਾਂ ਨੇ ਆਪਣੇ ਸਾਇਨ ਤੇ ਤਰਨੇ ਦਲ ਦੀ ਮੋਹਰ ਲਗਾਈ। ਉਸ ਤੋਂ ਬਾਅਦ ਟੀਕਾਕਾਰ ਵੱਲੋਂ ਸਨੇਹ ਅੱਖਰੇ ਦਾਸ ਵੱਲੋਂ ਹੈ। ਇਹਦੇ ਵਿੱਚ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਲਿਖਿਆ ਹੈ, ਅਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਤੋਂ ਲੈ ਕਰਕੇ ਬਾਬਾ ਮੱਖਣ ਸਿੰਘ ਜੀ ਤੱਕ 14 ਜਥੇਦਾਰ ਸ਼੍ਰੀ ਮਿਸਰ ਸ਼ਹੀਦਾਂ ਤਰਨਾ ਦਲ ਦੇ ਹੋ ਚੁੱਕੇ ਨੇ, ਅਤੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ ਨੇ। ਅਤੇ ਉਹਨਾਂ ਦਾ ਜ਼ਿਕਰ ਕੀਤਾ ਹੈ ਵੀ ਉਹ ਭਗਵਤੀ ਸਤੋਤਰ ਅਤੇ ਬ੍ਰਹਮ ਕਵਚ ਦਾ ਨਿਤਨੇਮ ਕਰਦੇ ਕਰਾਉਂਦੇ ਰਹੇ, ਅਤੇ ਮੌਜੂਦਾ ਜਥੇਦਾਰ ਮਹਾਂਪੁਰਖ ਅੱਜ ਵੀ ਇਹ ਜਾਪ ਕਰਦੇ ਨੇ। ਸੋ ਗਊਆਂ ਦੀ ਗੁਰੂ ਘਰ ਵਿੱਚ ਮਹਾਨਤਾ ਕੀ ਹੈ, ਕਿ ਗਊਆਂ ਦਾ ਸਤਿਕਾਰ ਕਿਉਂ ਹੈ, ਅਤੇ ਬੜਾ ਖੋਲ੍ਹ ਕੇ ਇਹਦੇ ਵਿੱਚ ਲਿਖਿਆ ਹੈ। ਪੰਥ ਮੁਹੰਮਦ ਬੜ੍ਹਤੇ ਅਪਾਰਾ, ਕਲਮਲ ਮੈਂ ਮਤਹੀਨ ਵਿਚਾਰਾ, ਗੋ ਗਰੀਬ ਕੋ ਹਤੈ ਕੁਸਾਲੀ, ਕਲ ਕੇ ਕਲ ਹੈ ਕੀਨ ਕੁਚਾਲੀ। ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਇਹ ਦੁਨੀਆ ਦੇ ਉੱਪਰ ਨਹੀਂ ਆਏ, ਉਸ ਵਕਤ ਗਊ ਅਤੇ ਗਰੀਬ ਦੇ ਉੱਪਰ ਬਹੁਤ ਅਤਿਆਚਾਰ ਹੋ ਰਿਹਾ ਸੀ, ਅਤੇ ਧਰਤੀ ਨੇ ਗਊ ਰੂਪ ਧਰ ਬਿਨੈ ਧਰ ਕੀਨੀ, ਧਰਤੀ ਨੇ ਗਊ ਦਾ ਰੂਪ ਧਾਰ ਕਰਕੇ ਬੇਨਤੀ ਕੀਤੀ, ਅਤੇ ਜਗਤ ਬਾਬਾ ਨਾਨਕ ਜੀ ਇਸ ਸੰਸਾਰ ਦੇ ਉੱਪਰ ਆਏ, ਅਤੇ ਉਹਨਾਂ ਨੇ ਗਊ ਗਰੀਬ ਦੀ ਰੱਖਿਆ ਦਾ ਮਿਸ਼ਨ ਆਪਣੀ ਜ਼ਿੰਦਗੀ ਵਿੱਚ ਅਪਣਾਇਆ। ਫਿਰ 5ਵੇਂ ਪਾਤਸ਼ਾਹ ਵੇਲੇ ਵੀ ਮਹਾਰਾਜ ਸਾਹਿਬ ਜੀ ਨੇ ਗੁਰੂ ਕੀ ਬੀੜ ਬਣਾਈ, ਜਿਹਦੀ ਸੇਵਾ ਬਾਬਾ ਬੁੱਢਾ ਜੀ ਕਰਦੇ ਰਹੇ। ਬਾਬਾ ਬੁੱਢਾ ਜੀ ਦੀ ਬੀੜ, ਉੱਥੇ ਗਊਆਂ ਮੱਝਾਂ ਦੀ ਚਾਰਨ ਦੀ ਚਾਰਗਾਹ ਸੀ। 6ਵੇਂ ਪਾਤਸ਼ਾਹ ਵੇਲੇ ਬਾਬਾ ਜੱਸਾ ਜੀ ਮਹਿਸਨਪੁਰ ਗਊਆਂ ਦੀ ਰੱਖਿਆ ਲਈ ਸ਼ਹੀਦ ਹੋਏ। 7ਵੇਂ 8ਵੇਂ ਵੇਲੇ 9ਵੇਂ ਪਾਤਸ਼ਾਹ ਨੇ ਇੱਕ ਸਿੱਖ ਭਾਈ ਮਿਹਾ ਹੋਇਆ, ਉਹਨੂੰ ਨਗਾਰਾ ਬਲਦ ਅਤੇ ਗਊਆਂ ਦੇ ਕੇ ਤੋਰਿਆ ਸੀ। ਅਤੇ ਇੱਕ ਮਹਾਰਾਜ ਸਾਹਿਬ ਜੀ ਦਾ ਹੁਕਮਨਾਮਾ ਵੀ ਹੈ, ਜਿਹਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਕਿ ਧਰਦਿਆਂ ਦੇ 2 ਚੋਰ ਅਤੇ ਉਹਨਾਂ ਨੇ ਗੁਰੂ ਘਰ ਦੇ ਬੈਲ ਚਰਾ ਲਏ, ਅਤੇ ਸਿੱਖਾਂ ਨੂੰ ਮਹਾਰਾਜ ਨੇ ਹੁਕਮਨਾਮਾ ਲਿਖਿਆ ਵੀ ਉਹ ਬੈਲ ਛੇਤੀ ਲਿਆਓ, ਨਹੀਂ ਤਾਂ ਉਹਨਾਂ ਨੇ ਬੁੱਚੜਾਂ ਨੂੰ ਦੇ ਦੇਣੀ ਹੈ। ਅਤੇ ਉਹਦੇ ਵਿੱਚੋਂ ਇਹ ਸਿੱਧ ਹੁੰਦਾ ਵੀ ਸਤਿਗੁਰੂ ਸਾਹਿਬ ਜੀ ਗਊ ਰਕਸ਼ਾ ਕਰਦੇ ਰਹੇ। ਉਹ ਹੁਕਮਨਾਮਾ ਵਿੱਚ ਨਹੀਂ ਲਿਖਿਆ, ਇੱਕ ਖਿਆਲ ਵਿੱਚੋਂ ਨਿਕਲ ਗਿਆ, ਇੱਕ ਬਾਅਦ ਵਿੱਚ ਮਿਲਿਆ, ਅਤੇ ਆਉਣ ਵਾਲੇ ਸਮੇਂ ਵਿੱਚ ਉਹ ਹੁਕਮਨਾਮੇ ਦੀ ਕਾਪੀ ਨੈੱਟ ਦੇ ਉੱਪਰ ਦਿੱਤੀ ਜਾਵੇਗੀ। ਫਿਰ ਕਲਗੀਧਰ ਨੇ ਵੀ ਕਿਹਾ, ਜਹੀ ਦੇਹੋ ਆਗਿਆ ਤੁਰਕਨ ਗਹਿ ਖਪਾਊਂ, ਗਊ ਘਾਤ ਕਾ ਦੁਖ ਜਗ ਸਿਉ ਮਟਾਊਂ, ਇਹ ਉਗਰਦੰਤੀ ਦੀ ਬਾਣੀ ਵਿੱਚ ਹੈ। ਫਿਰ ਬਾਬਾ ਮਦਨ ਸਿੰਘ ਜੀ ਗਊਆਂ ਦੀ ਸੇਵਾ ਕਰਦੇ ਸੀ, ਉਹਨਾਂ 'ਤੇ ਜੋ ਬਖਸ਼ਿਸ਼ ਹੈ, ਇਤਿਹਾਸ ਵਿੱਚ ਜੋ ਬਚਨ ਨੇ, ਜੋ ਨਿਸ਼ਕਾਮ ਹੋਏ ਕਰ ਉਰ ਕੋ, ਸੇਵਾ ਭਲੇ ਤੁਰੰਗ ਸਤਿਗੁਰ ਕੋ, ਤਥਾ ਸਤਿਗੁਰ ਕੀ ਸੇਵਾ ਤੈਨੂੰ, ਜਾਂ ਘੋੜੇ ਦੀ ਸੇਵਾ ਕਰੇ ਅਤੇ ਜਾਂ ਗਊ ਦੀ, ਤੈਨੂੰ ਗਊ ਨੂੰ ਕਹਿੰਦੇ ਆ। ਸੋ ਸ਼ਕਤੀ ਕੋ ਕਰ ਹੈ ਲੈਨੂੰ, ਉਹਨੂੰ ਅੰਤਰ ਦੀ ਆਤਮਾ ਦਾ ਗਿਆਨ ਹੁੰਦਾ ਹੈ, ਸਾਰੀਆਂ ਸ਼ਕਤੀਆਂ ਉਹਦੇ ਕੋਲ ਆ ਜਾਂਦੀਆਂ ਨੇ। ਸੋ ਬਾਅਦ ਵਿੱਚ ਕਲਗੀਧਰ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਗਊਆਂ ਦੀ ਰਕਸ਼ਾ ਕਰਨ ਵਾਸਤੇ ਤੁਰਕਾਂ ਨਾਲ ਜੰਗ ਕਰਦੇ ਰਹੇ। ਅਤੇ ਬਾਬਾ ਸੁਧਾ ਸਿੰਘ ਜੀ ਜੋ ਮਿਸਲ ਸ਼ਹੀਦਾਂ ਦੇ ਤੀਸਰੇ ਜਥੇਦਾਰ ਹੋਏ ਨੇ, ਉਹਨਾਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ। ਬਾਅਦ ਵਿੱਚ 7ਵੇਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਵੀ ਗਊ ਰੱਖਿਆ ਵਾਸਤੇ ਬੁੱਚੜਾਂ ਨਾਲ ਜੰਗ ਕਰਦੇ ਸ਼ਹੀਦ ਹੋਏ। ਬਾਬਾ ਗੁਰਮੁਖ ਸਿੰਘ ਜੀ ਤੋਂ ਪਹਿਲਾਂ ਬਾਬਾ ਰਾਮ ਸਿੰਘ ਜੀ, ਉਹਨਾਂ ਨੇ ਜਦੋਂ ਅੰਗਰੇਜ਼ਾਂ ਨੇ ਗਊਆਂ ਨੂੰ ਖੋਹਣ ਦਾ ਕੰਮ ਸ਼ੁਰੂ ਕੀਤਾ, ਬੰਦੂਕਾਂ ਦੇ ਵਿੱਚ, ਗੋਲੀਆਂ ਦੇ ਵਿੱਚ, ਸਿੱਕੇ ਵਿੱਚ, ਬਰੂਦ ਵਿੱਚ ਗਊਆਂ ਦਾ ਮਾਸ ਪਾਉਣਾ ਸ਼ੁਰੂ ਕੀਤਾ, ਉਸ ਵਕਤ ਉਹਨਾਂ ਨੇ ਗਊਸ਼ਾਲਾ ਸਥਾਪਿਤ ਕੀਤੀ। ਫਿਰ ਬਾਅਦ ਵਿੱਚ ਬਾਬਾ ਗੁਰਮੁਖ ਸਿੰਘ ਜੀ ਸੰਭਾਲਦੇ ਰਹੇ, ਬਾਬਾ ਸਾਧੂ ਸਿੰਘ ਜੀ, ਫਿਰ ਬਾਬਾ ਬਿਸ਼ਨ ਸਿੰਘ ਜੀ, ਅਤੇ ਉਹਨਾਂ ਤੋਂ ਬਾਅਦ ਫਿਰ ਬਾਬਾ ਬਿਸ਼ਨ ਸਿੰਘ ਜੀ ਦੀ ਹਜ਼ੂਰੀ ਵਿੱਚ ਬਾਬਾ ਪਾਲਾ ਸਿੰਘ ਜੀ ਸੇਵਾ ਕਰਦੇ ਰਹੇ। ਅੱਗੇ ਬਾਬਾ ਪਾਲਾ ਸਿੰਘ ਜੀ ਦਾ ਜੀਵਨ ਹੈ, ਕਿਵੇਂ ਉਹਨਾਂ ਦਾ ਜਨਮ ਹੋਇਆ, ਕਿਵੇਂ ਉਹ ਗੁਰੂ ਘਰ ਵਿੱਚ ਆਏ, ਅਤੇ ਕੈਸੀ ਉਹਨਾਂ ਨੇ ਸੇਵਾ ਕੀਤੀ। ਅਤੇ ਬਾਅਦ ਵਿੱਚ ਉਹਨਾਂ ਦੇ ਜੀਵਨ ਤੋਂ ਬਾਅਦ ਇੱਕ ਕਵੀ ਨੇ ਉਹਨਾਂ ਲਈ ਬੋਲ ਵੀ ਲਿਖੇ ਨੇ, ਤੋਰੀ ਏਕ ਸਾਖ ਮੈਨੇ ਹੋਈ ਨਾ ਰੰਗੀਨ ਪੁਨ, ਚਾਰੇ ਖੇਤ ਕਪਲਸ ਦੁਗਨੇ ਫੁਲੇਤ ਹੈ। ਅਤੇ ਇਹ ਕਵੀ ਕਿਰਨਬੀਰ ਸਿੰਘ ਨਿਊਜ਼ੀਲੈਂਡ ਤੋਂ ਦਾਸ ਦਾ ਵਿਦਿਆਰਥੀ ਹੈ, ਅਤੇ ਉਹ ਬਹੁਤ ਕਵਿਤਾ ਦਾ ਸ਼ੌਂਕ ਵੀ ਰੱਖਦਾ ਹੈ,
ਤੇ ਬੜੇ ਉਹਨੇ ਗ੍ਰੰਥ ਵੀ ਪੜ੍ਹੇ ਨੇ ਤੇ ਕਾਵਿ ਸ਼ਾਸਤਰ ਦੇ, ਤੇ ਉਹਨਾਂ ਨੇ ਇਹ ਲਿਖੀ ਹੈ। ਬਾਅਦ ਵਿੱਚ ਬਾਬਾ ਜੀ ਦਾ ਇਹ ਜੀਵਨ ਇੱਥੇ ਸੰਪੂਰਨ ਹੋਇਆ। ਇਹ ਤੋਂ ਬਾਅਦ ਲੇਖਕ ਜਿਹਨੇ ਇਹ ਕਿਤਾਬ ਲਿਖੀ ਹੈ ਗਿਆਨੀ ਜਸਵੀਰ ਸਿੰਘ ਜੀ ਕੋਹਾਲਾ ਦਾਸ ਦੀ ਕਥਾ ਸੁਣ ਕੇ, ਤੇ ਉਹਨਾਂ ਦਾ ਵੀ ਉਹਨਾਂ ਆਪਣੇ ਵੱਲੋਂ ਜਿਹੜੇ ਕੋਈ ਬਚਨ ਨੇ ਉਹ ਲਿਖੇ ਨੇ। ਇੱਥੋਂ ਫਿਰ ਗੁਰੂ ਖਾਲਸਾ ਜੀ ਅੱਗੇ ਕਥਾ ਸ਼ੁਰੂ ਹੋ ਜਾਂਦੀ ਹੈ। ਜਿਵੇਂ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਬ੍ਰਹਮ ਕਵਚ ਦਾ ਅਤੇ ਭਗਵਤੀ ਸਤੋਤਰ ਦਾ ਪ੍ਰਸੰਗ ਲਿਖਿਆ ਹੈ। ਫਿਰ ਇਹ ਸਾਰੇ ਉੱਪਰ ਪੰਕਤੀ ਹੈ, ਥੱਲੇ ਅਰਥ ਹੈ, ਅਤੇ ਬਾਅਦ ਵਿੱਚ ਫਿਰ ਬ੍ਰਹਮ ਕਵਚ ਉੱਥੇ ਫਿਰ ਬ੍ਰਹਮ ਕਵਚ ਬਾਰੇ ਲਿਖਿਆ ਹੈ ਕਿ ਪਹਿਲੇ 5.5 ਤੁਕਾਂ ਸਨ, ਹੁਣ 6 ਤੁਕਾਂ ਏ, ਅਤੇ ਉਹ ਕਿੱਥੋਂ ਲਈਆਂ ਏ, ਕਿਵੇਂ ਹੈ, ਉਹਨਾਂ ਦੇ ਬਾਰੇ ਵਿਚਾਰ ਹੈ। ਅਕਾਲ ਜੋਤੀ ਨੇਕ ਲੰਕਾ ਮਾਂ ਬਲੀ ਤ੍ਰਿਤਮਾਨ ਹੈ। ਉਹਦੇ ਤੋਂ ਬਾਅਦ ਬ੍ਰਹਮ ਕਵਚ ਦੀ ਉਥਾਨਕਾ ਹੈ ਜੋ ਪੁਰਾਤਨ ਗ੍ਰੰਥਾਂ ਵਿੱਚੋਂ ਸਾਨੂੰ ਮਿਲੀ ਹੈ। ਤੋ ਇਹ ਪੰਥ ਪ੍ਰਕਾਸ਼ ਵਿੱਚ ਵੀ ਹੈ, ਅਤੇ ਬਾਬਾ ਸੁੱਖਾ ਸਿੰਘ ਜੀ ਪਟਨੇ ਸਾਹਿਬ ਵਾਲਿਆਂ ਦਾ ਜੋ ਗੁਰਬਲਾਸ ਹੈ ਉਹਦੇ ਵਿੱਚ ਵੀ ਹੈ, ਪਾਤਸ਼ਾਹੀ 10ਵੀਂ ਦੇ। ਫਿਰ ਅੱਗੇ ਇਹ ਭਗਉਤੀ ਦੇ ਅਰਥ ਬੜੇ ਨਿਖਾਰ ਕੇ ਕੀਤੇ ਨੇ, ਭਗਉਤ ਵਾਹਿਗੁਰੂ ਅਤੇ ਭਗਉਤੀ ਵਾਹਿਗੁਰੂ ਦੀ ਸ਼ਕਤੀ। ਫਿਰ ਅੱਗੇ ਇਹ ਸਾਰਾ ਮੂਲ ਪਾਠ ਹੈ, ਫਿਰ ਉਹਦੇ ਅਰਥ ਆ ਰਹੇ ਨੇ। ਉੱਪਰ ਮੂਲ ਪਾਠ ਆ ਰਿਹਾ ਹੈ, ਥੱਲੇ ਅਰਥ ਹੈ। ਫਿਰ ਅੱਗੇ ਜਿਵੇਂ ਮਹਾਰਾਜ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ, ਕਿ ਜੇ ਖੱਤਰੀ ਪੜ੍ਹੇ ਉਹਨੂੰ ਆਹ ਫਲ ਹੈ, ਬ੍ਰਾਹਮਣ ਪੜ੍ਹੇ ਉਹਨੂੰ ਆਹ ਫਲ ਹੈ, ਅਤੇ ਉਹ ਵੱਖਰਾ ਫਲ ਇਹਦੇ ਵਿੱਚ ਨਿਖਾਰ ਕੇ ਦਿੱਤਾ ਹੈ। ਬਾਅਦ ਵਿੱਚ ਧੂਪ ਬਣਾਉਣ ਦੀ ਵਿਧੀ ਜੋ ਪੁਰਾਤਨ ਹੈ ਉਹ ਵੀ ਇਹਦੇ ਵਿੱਚ ਦਰਜ ਕੀਤੀ ਹੈ। ਬਾਬਾ ਮਿੱਤ ਸਿੰਘ ਜੀ ਜਿਵੇਂ ਬ੍ਰਹਮ ਕਵਚ ਦੇ ਜਾਪ ਦੀ ਮਰਿਆਦਾ ਦੱਸਦੇ ਸੀ, ਉਹ ਵੀ ਇਹਦੇ ਵਿੱਚ ਦਰਜ ਹੈ। ਫਿਰ ਇਹਦੇ ਤੋਂ ਅੱਗੇ ਭਗਵਤੀ ਸਤੋਤਰ ਦੀ ਉਥਾਨਕਾ ਅਤੇ ਭਗਵਤੀ ਸਤੋਤਰ ਪਟਨੇ ਸਾਹਿਬ ਵਾਲੀ ਬੀੜ ਵਿੱਚ ਦਰਜ ਹੈ, ਉਹਦੇ ਬਾਰੇ ਸਾਰੀ ਜਾਣਕਾਰੀ ਲਿਖੀ ਹੈ। ਫਿਰ ਅੱਗੇ ਉਹਦੇ ਅਰਥ ਨੇ, ਨਾਲ ਪਾਦਰਥ ਦੇਣ ਦਾ ਵੀ ਯਤਨ ਕੀਤਾ ਹੈ। ਮੂਲ ਪਾਠ ਪਾਦਰਥ, ਫਿਰ ਅੱਖਰੀ ਅਰਥ ਦਿੱਤੇ ਨੇ। ਇਹ ਸਾਰਾ ਪਾਠ ਪਟਨੇ ਸਾਹਿਬ ਵਾਲੀ ਜੋ ਬਾਬਾ ਦੀਪ ਸਿੰਘ ਜੀ ਦੀ ਬੀੜ ਹੈ, ਬਾਬਾ ਸੁੱਖਾ ਸਿੰਘ ਜੀ ਦੀ ਬੀੜ ਹੈ, ਅਤੇ ਉਹਨਾਂ ਬੀੜਾਂ ਦੇ ਨਾਲ ਇਨ ਬਿਨ ਸੁਧਾਈ ਕੀਤੀ ਹੈ। ਫਿਰ ਅੱਗੇ ਜਿਵੇਂ ਤਰਭੰਗੀ ਛੰਦ ਲਿਖਿਆ ਹੈ ਗਿਆਨੀ ਗਿਆਨ ਸਿੰਘ ਜੀ ਨੇ, ਉਹ ਵੀ ਸਾਰਾ ਲਿਖਿਆ ਹੈ। ਅਤੇ ਉਹਦੇ ਤੋਂ ਬਾਅਦ ਜਿੱਥੇ ਪ੍ਰਸੰਗ ਸ਼ੁਰੂ ਹੋ ਜਾਂਦਾ ਹੈ ਉੱਥੇ ਇਤ ਸ਼੍ਰੀ ਭਗਵਤੀ ਬ੍ਰਹਮ ਕਵਚ ਭਗਵਤੀ ਸਤੋਤਰ ਸ਼੍ਰੋਮਣੀ ਟੀਕਾ ਜੀਵਨ ਗਊ ਰੱਖਿਅਕ ਬਾਬਾ ਪਾਲਾ ਸਿੰਘ ਜੀ ਵਿਰਚਤੰ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਸਮਾਪਤ ਮਸੋ ਮਸਤ। ਇੱਥੇ ਜਾ ਕੇ ਇਹ ਟੀਕਾ ਸਮਾਪਤ ਹੋ ਰਿਹਾ ਹੈ। ਇਹ ਅੰਤਕਾ ਲਿਖਣ ਦੀ ਪੁਰਾਣੀ ਮਰਿਆਦਾ ਸੀ, ਅਤੇ ਇਹ ਪੁਰਾਤਨ ਮਰਿਆਦਾ ਖਤਮ ਨਾ ਹੋਵੇ ਅਤੇ ਤਾਂ ਇਹ ਅੰਤਕਾ ਵੀ ਲਿਖੀ ਹੈ। ਫਿਰ ਬ੍ਰਹਮ ਕਵਚ ਦੇ ਪਾਠ ਵੱਖ-ਵੱਖ ਢੰਗਾਂ ਨਾਲ ਕਰਦੇ ਨੇ ਸਿੱਖ ਜਗਤ ਵਿੱਚ, ਉਹ ਸਾਰੇ ਢੰਗ ਲਿਖੇ ਨੇ। ਉਦਾਸੀ ਮਹਾਤਮਾ ਕਿਵੇਂ ਕਰਦੇ ਨੇ, ਫਿਰ ਨਿਹੰਗ ਸਿੰਘ ਕਿਵੇਂ ਕਰਦੇ ਨੇ, ਸਾਰਾ ਹੀ। ਫਿਰ ਜੋ ਗੁਰਬਾਣੀ ਵਿੱਚ ਰਾਮ ਸਤੋਤਰ ਅਤੇ ਰਾਮ ਕਵਚ, ਭਗਵਤੀ ਬ੍ਰਹਮ ਕਵਚ, ਫਿਰ ਭਗਵਤੀ ਸਤੋਤਰ, ਫਿਰ ਸੂਰਜ ਕਵਚ ਸਤੋਤਰ, ਇਹਨਾਂ ਦਾ ਮੂਲ ਪਾਠ ਜਿਹੜਾ ਹੈ ਉਹ ਦਿੱਤਾ ਹੈ। ਫਿਰ ਸਨਿਮਰ ਬੇਨਤੀ ਅਤੇ ਧੰਨਵਾਦ ਤੋਂ ਬਾਅਦ ਇੱਥੇ ਕਿਤਾਬ ਪੂਰੀ ਹੁੰਦੀ ਹੈ। ਅਤੇ ਪਿੱਛੇ ਗੁਰੂ ਖਾਲਸਾ ਜੀ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ, ਬਾਬਾ ਕੀਰਤਨ ਸਿੰਘ ਜੀ, ਬਾਬਾ ਮੱਖਣ ਸਿੰਘ ਜੀ, ਅਤੇ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ, ਅਤੇ ਤਖ਼ਤ ਸ਼੍ਰੀ ਹਰਿਮੰਦਰ ਜੀ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ, ਸੰਤ ਬਾਬਾ ਗੁਰਦੀਪ ਸਿੰਘ ਜੀ, ਗਿਆਨੀ ਮਹਿਤਾਬ ਸਿੰਘ ਜੀ ਦਾਸ, ਅਤੇ ਲੇਖਕ ਦੀ ਫੋਟੋ ਪਿੱਛੇ ਦਿੱਤੀ ਗਈ ਹੈ, ਜੋ ਮੈਂ ਜ਼ਰੂਰੀ ਸਮਝਦਾ ਸਾਂ ਇਹ ਮਹਾਂਪੁਰਖਾਂ ਦੀਆਂ ਅਤੇ ਲੇਖਕ ਦੀ ਫੋਟੋ ਇਹਦੇ ਵਿੱਚ ਦੇਣੀ ਚਾਹੀਦੀ ਹੈ। ਸੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਕਿਤਾਬ ਹੁਣ ਗੁਰੂ ਖਾਲਸਾ ਜੀ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ ਦੀ ਦੁਕਾਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਮਹਾਂਪੁਰਖਾਂ ਨੂੰ ਇੱਕ ਛੋਟੀ ਜਿਹੀ ਅਰਪਣ ਕੀਤੀ ਹੈ ਬਾਬਾ ਪਾਲਾ ਸਿੰਘ ਸਾਹਿਬ ਜੀ ਨੂੰ। ਸੋ ਆਪ ਗੁਰੂ ਕੇ ਸਿੱਖ ਸੰਗਤਾਂ ਖਰੀਦ ਕਰਕੇ ਵੱਧ ਤੋਂ ਵੱਧ ਲਾਹਾ ਉਠਾਓ। ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਇਹ ਵੱਡੇ ਉਪਰਾਲੇ ਮਹਾਂਪੁਰਖਾਂ ਵੱਲੋਂ ਕੀਤੇ ਗਏ ਨੇ, ਉਹਨਾਂ ਵੱਲੋਂ ਇਹ ਛਪਵਾਈ ਗਈ ਹੈ। ਪ੍ਰਕਾਸ਼ਕ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ, 15ਵੇਂ ਮੁਖੀ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਨਾਲ ਸ਼੍ਰੀ ਬਾਬਾ ਬਕਾਲਾ ਸਾਹਿਬ, ਉਹਨਾਂ ਮਹਾਂਪੁਰਖਾਂ ਦੀ ਕਿਰਪਾ ਨਾਲ ਇਹ ਕਾਰਜ ਸੰਪੂਰਨ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।